हाँ जी बच्चों, सत श्री अकाल। ਤੁਸੀਂ ਪਹੁੰਚ ਚੁੱਕੇ ਹੋ ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੀ ਇੰਗਲਿਸ਼ ਦੀ ਕਲਾਸ ਦੇ ਵਿੱਚ। ਔਰ ਅੱਜ ਅਸੀਂ ਪੜ੍ਹਾਂਗੇ 9ਵੀਂ ਅਤੇ 10ਵੀਂ ਕਲਾਸ ਦਾ ਮੇਨ ਜਿਹੜੀ ਇੰਗਲਿਸ਼ ਰੀਡਰ ਬੁੱਕ ਆ, ਮੇਨ ਕੋਰਸ ਬੁੱਕ ਆ, ਉਹਦਾ ਪਹਿਲਾ ਲੈਸਨ ਦਾ ਦੂਜਾ ਭਾਗ। ਪਿਛਲੀ ਵੀਡੀਓ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਫਸਟ ਲੈਸਨ ਦਾ ਹੈਪੀ ਪ੍ਰਿੰਸ। ਉਸ ਲੈਸਨ ਤੋਂ ਅੱਗੇ ਅੱਜ ਅਸੀਂ ਸਟਾਰਟ ਕਰਾਂਗੇ। ਔਰ ਮੈਂ ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਕਰਨਾ ਚਾਹੁੰਦਾ। ਬਹੁਤ ਸਾਰੇ ਬੱਚਿਆਂ ਦੇ ਮੈਨੂੰ ਕਮੈਂਟ ਆਏ ਨੇ ਕਿ ਬਹੁਤ ਵਧੀਆ ਕਰ ਰਹੇ ਹੋ, ਥੈਂਕ ਯੂ। ਤੁਹਾਡੀ ਇਸੇ ਤਰ੍ਹਾਂ ਹੀ ਸਪੋਰਟ ਚਾਹੀਦੀ ਆ। ਜਿੰਨੀ ਵੀ ਤੁਸੀਂ ਸਪੋਰਟ ਕਰੋਗੇ ਆਪਾਂ ਤੁਹਾਨੂੰ ਹੋਰ ਵੀਡੀਓਜ਼ ਬਣਾ ਕੇ ਦਿੰਦੇ ਰਹਾਂਗੇ। ਸੋ ਬੱਚਿਓ, ਜਿਹੜੀ ਆਪਾਂ ਪਹਿਲਾ ਲੈਸਨ ਪੜ੍ਹਿਆ ਸੀ ਉਹਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਹੈਪੀ ਪ੍ਰਿੰਸ ਜਿਹੜਾ ਸੀ ਉਹ ਇੱਕ ਐਸਾ ਸ਼ਹਿਜ਼ਾਦਾ ਸੀ ਜਿਹੜਾ ਸਾਰੀ ਜ਼ਿੰਦਗੀ ਬਹੁਤ ਖੁਸ਼ ਰਿਹਾ, ਪਰੰਤੂ ਉਹਦੇ ਮਰਨ ਤੋਂ ਬਾਅਦ ਉਹਦਾ ਸਟੈਚੂ ਜਿਹੜਾ ਉਹਦੇ ਸ਼ਹਿਰ ਦੇ ਵਿੱਚ ਇੱਕ ਬਹੁਤ ਉੱਚੀ ਜਗ੍ਹਾ 'ਤੇ ਸਥਾਪਿਤ ਕਰ ਦਿੱਤਾ ਜਾਂਦਾ। ਔਰ ਇੱਕ ਉੱਡਦਾ ਹੋਇਆ ਪੰਛੀ ਉਹਦੇ ਪੈਰਾਂ ਦੇ ਵਿੱਚ ਆ ਕੇ ਰਾਤ ਰਹਿਣ ਦੇ ਲਈ ਰੁਕ ਜਾਂਦਾ। ਉਹ ਪੰਛੀ ਉਸ ਸਟੈਚੂ ਨੂੰ ਪੁੱਛਦਾ, ਤੂੰ ਰੋ ਕਿਉਂ ਰਿਹਾ? ਉਹ ਸਟੈਚੂ ਜਵਾਬ ਦਿੰਦਾ ਕਿ ਜਦੋਂ ਮੈਂ ਜਿਉਂਦਾ ਸੀਗਾ, ਹਿਊਮਨ ਸੀਗਾ, ਅਲਾਈਵ ਸੀ, ਉਦੋਂ ਤਾਂ ਮੈਂ ਕਦੀ ਕੋਈ ਦੁੱਖ ਵੇਖਿਆ ਨਹੀਂ, ਪਰੰਤੂ ਮੇਰੇ ਮਰਨ ਤੋਂ ਬਾਅਦ ਮੇਰਾ ਜਿਹੜਾ ਸਟੈਚੂ ਆ ਉਹ ਬਹੁਤ ਉੱਚਾ ਇਹਨਾਂ ਨੇ ਇਸ ਜਗ੍ਹਾ 'ਤੇ ਸਥਾਪਿਤ ਕਰ ਦਿੱਤਾ ਕਿ ਮੈਂ ਸਾਰੇ ਸ਼ਹਿਰ ਦੇ ਜਿਹੜੇ ਦੁੱਖ ਆ ਉਹ ਵੇਖ ਸਕਦਾ। ਉਹਨਾਂ ਦੁੱਖਾਂ ਨੂੰ ਵੇਖ ਕੇ ਹੀ ਮੇਰੇ ਕੋਲ ਜਿਹੜਾ ਰੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਆਓ ਇਸ ਤੋਂ ਅੱਗੇ ਆਪਾਂ ਅੱਜ ਦਾ ਲੈਸਨ ਸਟਾਰਟ ਕਰਦੇ ਹਾਂ। ਸੋ ਕਹਿੰਦਾ ਵਟ ਇਜ਼ ਹੀ ਨਾਟ ਸੋਲਿਡ ਗੋਲਡ। ਸਵੈਲੋ ਆਪਣੇ ਆਪ ਨੂੰ ਪੁੱਛਦਾ, ਸੈਡ ਦਾ ਸਵੈਲੋ ਟੂ ਹਿਮਸੈਲਫ। ਸਵੈਲੋ ਆਪਣੇ ਆਪ ਨੂੰ ਪੁੱਛਦਾ ਅਬਾਬੀਲ ਕਿ ਕੀ ਇਹ ਸੋਲਿਡ ਗੋਲਡ ਨਹੀਂ ਹੈ। ਹੀ ਵਾਜ਼ ਟੂ ਪੋਲਾਈਟ ਟੂ ਮੇਕ ਐਨੀ ਪਰਸਨਲ ਰਿਮਾਰਕ। ਬੱਚਿਓ, ਇਸ ਸੈਂਟੈਂਸ ਨੂੰ ਥੋੜ੍ਹਾ ਜਿਹਾ ਕੇਅਰਫੁਲੀ ਵਾਚ ਕਰੋ। ਦਿਸ ਇਜ਼ ਦਾ ਸੈਂਟੈਂਸ ਆਫ ਟਿਪੀਕਲ ਟਾਈਪ। ਕਹਿੰਦਾ ਹੀ ਵਾਜ਼ ਟੂ ਪੋਲਾਈਟ, ਉਹ ਇੰਨਾ ਪੋਲਾਈਟ ਹੋ ਗਿਆ ਟੂ ਮੇਕ ਐਨੀ ਪਰਸਨਲ ਰਿਮਾਰਕ ਕਿ ਉਹ ਕੋਈ ਪਰਸਨਲ ਰਿਮਾਰਕ ਵੀ ਨਹੀਂ ਕਰ ਸਕਿਆ, ਕੋਈ ਟਿੱਪਣੀ ਨਹੀਂ ਕਰ ਸਕਿਆ। ਐਸੇ ਸੈਂਟੈਂਸ ਜਿਹੜੇ ਹੁੰਦੇ ਨੇ ਇਹਨਾਂ ਨੂੰ ਅਸੀਂ ਟਿਪੀਕਲ ਸੈਂਟੈਂਸਿਸ ਕਹਿ ਦਿੰਦੇ ਹਾਂ। ਇਹਨੂੰ ਕੋਈ ਇੱਕ ਸੈਂਟੈਂਸ ਮੈਂ ਹੋਰ ਦੇਣਾ ਤੁਹਾਨੂੰ, ਤੁਸੀਂ ਉਹ ਵੀ ਨੋਟ ਕਰੋ ਆਪਣੀ ਕਾਪੀ ਦੇ ਉੱਪਰ। He was too weak to walk. He was too weak to walk. ਉਹ ਇੰਨਾ ਕਮਜ਼ੋਰ ਸੀ ਕਿ ਚੱਲ ਵੀ ਨਹੀਂ ਸੀ ਸਕਦਾ। ਜਾਂ ਕਹ ਲਓ the box was too heavy to carry, ਕਿ ਬਾਕਸ ਇੰਨਾ ਭਾਰਾ ਸੀ ਕਿ ਚੁੱਕਿਆ ਵੀ ਨਹੀਂ ਸੀ ਜਾ ਸਕਦਾ। ਸੋ ਇਸ ਤਰ੍ਹਾਂ ਦੇ ਸੈਂਟੈਂਸਸ ਜਦੋਂ ਆਉਂਦੇ ਆ ਇਹਨਾਂ ਦੀ ਟਰਾਂਸਲੇਸ਼ਨ ਇਸ ਤਰ੍ਹਾਂ ਕਰਨੀ ਆ। ਕਹਿੰਦਾ ਉਹ ਇੰਨਾ ਪੋਲਾਈਟ ਹੋ ਗਿਆ, ਉਹਦੇ ਅੰਦਰ ਇੰਨੀ ਦਇਆ ਆ ਗਈ ਕਿ ਉਹ ਉਹਦੇ 'ਤੇ ਕੋਈ ਪਰਸਨਲ ਰਿਮਾਰਕ ਵੀ ਨਹੀਂ ਕਰ ਸਕਿਆ। Far away, continued the statue in a low musical voice. Far away in a little street there is a poor house. ਬਹੁਤ ਦੂਰ ਸਟੈਚੂ ਜਿਹੜਾ ਆਪਣੀ ਮਿਊਜ਼ੀਕਲ ਵੌਇਸ ਦੇ ਵਿੱਚ ਬੋਲਦਾ, ਹੌਲੀ ਹੌਲੀ ਬੋਲਦਾ। ਕਹਿੰਦਾ ਫਾਰ ਅਵੇ ਇੱਕ ਛੋਟੀ ਜਿਹੀ ਗਲੀ ਦੇ ਵਿੱਚ ਇੱਕ ਬਹੁਤ ਗਰੀਬੜਾ ਜਿਹਾ ਘਰ ਆ। ਵਨ ਆਫ ਦਾ ਵਿੰਡੋ ਇਜ਼ ਓਪਨ। ਵਨ ਆਫ ਦਾ ਵਿੰਡੋਜ਼ ਇਜ਼ ਓਪਨ। ਉਹਦੀਆਂ ਖਿੜਕੀਆਂ ਦੇ ਵਿੱਚੋਂ ਇੱਕ ਖਿੜਕੀ ਜਿਹੜੀ ਖੁੱਲ੍ਹੀ ਆ। ਐਂਡ ਥਰੂ ਇਟ, ਇਹਦੇ ਵਿੱਚੋਂ ਦੀ ਆਈ ਕੈਨ ਸੀ ਏ ਵੂਮੈਨ ਸੀਟਡ ਐਟ ਏ ਟੇਬਲ। ਮੈਂ ਉਹਦੇ 'ਚੋਂ ਵੇਖ ਸਕਦਾ ਕਿ ਇੱਕ ਔਰਤ ਜਿਹੜੀ ਆ ਉਹ ਇੱਕ ਟੇਬਲ ਦੇ ਲਾਗੇ ਬੈਠੀ ਆ। ਹਰ ਫੇਸ ਇਜ਼ ਥਿਨ ਐਂਡ ਵਾਰਨ। ਉਹਦਾ ਜਿਹੜਾ ਫੇਸ ਆ ਬਹੁਤ ਪਤਲਾ, ਲਿੱਸਾ ਜਿਹਾ ਫੇਸ ਆ, ਲਿੱਸਾ ਜਿਹਾ ਚਿਹਰਾ ਉਹਦਾ। ਐਂਡ ਵਾਰਨ ਦਾ ਮੀਨਿੰਗ ਵੇਖੋ ਤੁਸੀਂ ਬੱਚਿਓ। ਵਾਰਨ ਦਾ ਮਤਲਬ ਹੈ ਵੈਰੀ ਟਾਇਰਡ, ਬਹੁਤ ਥੱਕਿਆ ਹੋਇਆ ਉਹਦਾ ਚਿਹਰਾ ਹੈਗਾ, ਪਤਲਾ ਜਿਹਾ ਲਿੱਸਾ ਜਿਹਾ ਚਿਹਰਾ, ਬਹੁਤ ਥੱਕੇਵਾ ਹੋਇਆ ਉਹਨੂੰ। ਐਂਡ ਸ਼ੀ ਹੈਜ਼ ਕੋਰਸ ਦਾ ਮਤਲਬ ਖੁਰਦਰੇ। ਰੈੱਡ ਹੈਂਡਸ, ਰੈੱਡ ਉਹਦੇ ਲਾਲ ਖੁਰਦਰੇ ਹੱਥ ਆ। ਆਲ ਪ੍ਰਿਕਡ ਬਾਈ ਦਾ ਨੀਡਲ, ਸਾਰੇ ਜਿਹੜੇ ਆ ਉਹ ਪ੍ਰਿਕਡ ਦਾ ਮਤਲਬ ਸੂਈਆਂ ਦੇ ਨਾਲ, ਜਿਹੜੇ ਆ ਉਹ ਸੂਈ, ਨੀਡਲ ਦਾ ਮਤਲਬ ਸੂਈ, ਪ੍ਰਿਕ ਕੀਤੇ ਗਏ, ਉਹਦੀ ਸੂਈਆਂ ਵੱਜੀਆਂ ਉਹਦੇ ਹੱਥਾਂ ਦੇ ਅੰਦਰ। ਬਟ ਫਾਰ ਸ਼ੀ ਇਜ਼ ਏ ਸੀਮਸਟਰੈਸ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਦੋਂ ਸੈਂਟੈਂਸ ਦੇ ਵਿੱਚ ਫਾਰ ਲੱਗ ਜਾਂਦਾ ਉਦੋਂ ਉਹਦਾ ਮਤਲਬ ਹੁੰਦਾ ਕਿਉਂਕਿ। ਫਾਰ ਸ਼ੀ ਇਜ਼ ਏ ਸੀਮਸਟਰੈਸ, ਕਿਉਂਕਿ ਉਹ ਦਰਜੀ ਦਾ ਕੰਮ ਕਰਨ ਵਾਲੀ ਲੇਡੀ ਦਰਜੀ ਹੈ। ਜਿਹੜੇ ਦਰਜੀ ਦਾ ਕੰਮ ਕਰਨ ਵਾਲੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਸੀਮਸਟਰੈਸ ਕਹਿੰਦੇ। ਸ਼ੀ ਇਜ਼ ਐਮਬਰਾਇਡਰਿੰਗ ਫਲਾਵਰਸ ਔਨ ਏ ਸਾਟਿਨ ਗਾਊਨ ਫਾਰ ਦਾ ਲਵਲੀਐਸਟ ਆਫ ਦਾ ਕੁਈਨਸ ਮੇਡਸ ਆਫ ਆਨਰ। ਉਹ ਕਢਾਈ ਕਰ ਰਹੀ ਹੈ, ਐਮਬਰਾਇਡਰਿੰਗ ਫਲਾਵਰਸ, ਫੁੱਲਾਂ ਦੀ ਕਢਾਈ ਕਰ ਰਹੀ ਹੈ ਔਨ ਏ ਸਾਟਿਨ ਗਾਊਨ, ਸਾਟਿਨ ਦੇ ਗਾਊਨ ਦੇ ਉੱਪਰ। ਕਿਹਦੇ ਲਈ? ਫਾਰ ਦਾ ਲਵਲੀਐਸਟ
ਆਫ ਦਾ ਕੁਈਨਸ ਮੇਡਸ ਆਫ ਆਨਰ। ਜਿਹੜੀਆਂ ਕੁਈਨ ਦੀਆਂ ਰਾਣੀ ਦੀਆਂ ਜਿਹੜੀਆਂ ਨੌਕਰਾਣੀਆਂ ਸਭ ਤੋਂ ਜਿਹੜੀ ਉਹਦੀ ਪਿਆਰੀ ਨੌਕਰਾਣੀ ਆ ਉਹਦੇ ਸਾਟਿਨ ਦੇ ਗਾਊਨ ਦੇ ਉੱਪਰ ਉਹ ਕੀ ਕਰ ਰਹੀ ਆ, ਫੁੱਲਾਂ ਦੀ ਕਢਾਈ ਕਰ ਰਹੀ ਆ। ਕਦ ਲਈ? ਟੂ ਵੀਅਰ ਐਟ ਦਾ ਨੈਕਸਟ ਕੋਟ ਬਾਲ। ਜਿਹੜਾ ਉਹਦੇ ਕੋਟ ਬਾਲ ਬੱਚਿਓ ਕਹਿੰਦੇ ਆ ਜਦੋਂ ਇਹਨਾਂ ਰਾਜੇ ਮਹਾਰਾਜਿਆਂ ਦੇ ਡਾਂਸ ਹੁੰਦੇ ਨੇ, ਡਾਂਸ ਦੇ ਕੋਈ ਨਾ ਕੋਈ ਈਵੈਂਟ ਹੁੰਦੇ ਨੇ, ਉੱਥੇ ਉਹਨੂੰ ਕੋਟ ਬਾਲ ਕਹਿੰਦੇ ਆ। ਕਹਿੰਦਾ ਉਹਨੇ ਜਿਹੜਾ ਕੋਟ ਬਾਲ ਦੇ ਵਿੱਚ ਡਾਂਸ ਦੇ ਈਵੈਂਟ 'ਤੇ ਜਿਹੜਾ ਉਹਨੇ ਸਾਟਨ ਗਾਊਨ ਪਾਉਣਾ ਸੀਗਾ, ਗੋਲੀ ਨੇ, ਰਾਣੀ ਦੀ ਗੋਲੀ ਨੇ ਪਾਉਣਾ, ਉਹਦੇ ਉੱਪਰ ਉਹ ਕਢਾਈ ਕਰ ਰਹੀ ਹੈ। ਕੌਣ ਕਢਾਈ ਕਰ ਰਹੀ ਹੈ? ਉਹ ਲੇਡੀ ਜਿਹਦੇ ਖੁਰਦਰੇ ਹੱਥ ਆ ਅਤੇ ਜਿਹਦੇ ਹੱਥਾਂ ਦੇ ਵਿੱਚ ਸੂਈਆਂ ਚੁਭੀਆਂ ਹੋਈਆਂ। ਇਨ ਏ ਬੈਡ ਇਨ ਦਾ ਕਾਰਨਰ ਆਫ ਦਾ ਰੂਮ ਹਰ ਲਿਟਲ ਬॉय ਇਜ਼ ਲਾਇੰਗ ਇਲ। ਉਸ ਔਰਤ ਦੇ ਕਮਰੇ ਦੀ ਇੱਕ ਨੁੱਕਰ ਦੇ ਅੰਦਰ, ਇੱਕ ਬੈੱਡ ਦੇ ਵਿੱਚ, ਮੰਜੇ ਦੇ ਵਿੱਚ ਹਰ ਲਿਟਲ ਬॉय ਇਜ਼ ਲਾਇੰਗ ਇਲ। ਉਹਦਾ ਜਿਹੜਾ ਛੋਟਾ ਜਿਹਾ ਲੜਕਾ ਵਾ ਉਹ ਵਿਚਾਰਾ ਬਿਮਾਰ ਲੰਮੇ ਪਿਆ। ਹੀ ਹੈਜ਼ ਫੀਵਰ, ਕਿਉਂਕਿ ਉਹਨੂੰ ਬੁਖਾਰ ਹੋਇਆ। ਹੀ ਹੈਜ਼ ਫੀਵਰ, ਉਹਨੂੰ ਬੁਖਾਰ ਹੋਇਆ। ਐਂਡ ਇਜ਼ ਆਸਕਿੰਗ ਹਿਜ਼ ਮਦਰ ਟੂ ਗਿਵ ਹਿਮ ਔਰੇਂਜਸ। ਅਤੇ ਉਹ ਆਪਣੀ ਮਾਂ ਨੂੰ ਕਹਿ ਰਿਹਾ ਕਿ ਉਹਨੂੰ ਸੰਤਰੇ ਦਿੱਤੇ ਜਾਣ। ਉਹ ਸੰਤਰੇ ਮੰਗ ਰਿਹਾ ਆਪਣੀ ਮਾਂ ਕੋਲ। ਹਿਜ਼ ਮਦਰ ਹੈਜ਼ ਨਥਿੰਗ ਟੂ ਗਿਵ ਹਿਮ। ਉਹਦੀ ਮਾਂ ਕੋਲ ਉਹਨੂੰ ਦੇਣ ਲਈ ਨਥਿੰਗ ਟੂ ਗਿਵ ਹਿਮ, ਕੁਛ ਵੀ ਨਹੀਂ ਹੈਗਾ ਬਟ ਰਿਵਰ ਵਾਟਰ, ਸਿਰਫ ਉਹਦੇ ਕੋਲ ਪਾਣੀ ਆ। ਸੋ ਹੀ ਇਜ਼ ਕ੍ਰਾਈਂਗ, ਇਸ ਕਰਕੇ ਉਹ ਬੱਚਾ ਜਿਹੜਾ ਉਹ ਰੋ ਰਿਹਾ। ਸਵੈਲੋ, ਲਿਟਲ ਸਵੈਲੋ, ਮੇਰੇ ਦੋਸਤ ਅਬਾਬੀਲ, ਛੋਟੇ ਜਿਹੇ ਅਬਾਬੀਲ, ਵਿਲ ਯੂ ਨਾਟ ਬ੍ਰਿੰਗ ਹਰ ਦਾ ਰੂਬੀ ਆਊਟ ਆਫ ਮਾਈ ਸਵੋਰਡ ਹਿਲਟ। ਕੀ ਤੂੰ ਮੇਰੀ ਜਿਹੜੀ ਤਲਵਾਰ ਆ ਉਹਦੀ ਜਿਹੜੀ ਹਿਲਟ ਆ, ਜਿਹੜਾ ਉਹਦਾ ਦਸਤਾ ਵਾ, ਉਹਦੇ ਵਿੱਚ ਜਿਹੜਾ ਰੂਬੀ ਇੱਕ ਹੀਰਾ ਲੱਗਾ ਵਾ, ਕੀ ਉਹ ਲੈ ਕੇ ਤੂੰ ਉਹਨੂੰ ਨਹੀਂ ਦੇ ਸਕਦਾ? ਮਾਈ ਫੀਟ ਆਰ ਫਾਸਟਨਡ। ਫਾਸਟਨ ਹੁੰਦਾ ਬੱਝੇ ਹੋਏ, ਕਿਸੇ ਚੀਜ਼ ਨਾਲ ਬੰਨ੍ਹ ਦੇਣਾ, ਫਿਕਸ ਕਰ ਦੇਣਾ। ਕਹਿੰਦਾ ਮੇਰੇ ਤੇ ਪੈਰ ਬੱਝੇ ਹੋਏ ਆ। ਟੂ ਕਾਹਦੇ ਨਾਲ ਬੱਝੇ? ਟੂ ਦਿਸ ਪੈਡਸਟਲ, ਇਸ ਪੈਡਸਟਲ ਦੇ ਨਾਲ ਜਿੱਥੇ ਮੇਰਾ ਬੁੱਤ ਖਿਲਾਰਿਆ ਗਿਆ ਵਾ, ਮੇਰਾ ਸਟੈਚੂ ਖਿਲਾਰਿਆ ਗਿਆ, ਉਸ ਸਟੈਚੂ ਦੇ, ਮੇਰੇ ਸਟੈਚੂ ਦੇ ਜਿਹੜੇ ਪੈਰ ਆ ਇਸ ਪੈਡਸਟਲ ਦੇ ਨਾਲ ਫਿਕਸ ਕੀਤੇ ਗਏ ਆ। ਐਂਡ ਆਈ ਕੈਨ ਨਾਟ ਮੂਵ, ਅਤੇ ਮੈਂ ਮੂਵ ਨਹੀਂ ਕਰ ਸਕਦਾ, ਮੈਂ ਨਹੀਂ ਜਾ ਸਕਦਾ। ਸੋ ਪਲੀਜ਼ ਤੂੰ ਮੇਰੀ ਤਲਵਾਰ ਦੀ ਮੁੱਠ ਦੇ ਵਿੱਚੋਂ ਇੱਕ ਜਿਹੜਾ ਹੀਰਾ ਵਾ, ਰੂਬੀ, ਜਿਹੜਾ ਉਹ ਕੱਢ ਕੇ ਉਹਨੂੰ ਦੇ ਕੇ ਆ। ਕਿਹਨੂੰ ਦੇ ਕੇ ਆ? ਉਸ ਔਰਤ ਨੂੰ ਜਿਹੜੀ ਔਰਤ ਦਾ ਬੱਚਾ ਬਿਮਾਰ ਆ। ਅਬਾਬੀਲ ਕੀ ਕਹਿੰਦਾ ਬੱਚਿਓ? ਕਹਿੰਦਾ ਆਈ ਐਮ ਵੇਟਡ ਫਾਰ ਇਨ ਇਜਿਪਟ। ਕਹਿੰਦਾ ਮੇਰੀ ਤੇ ਇਜਿਪਟ ਦੇ ਵਿੱਚ, ਮਿਸਰ ਦੇ ਨਾਂ ਦੇ ਦੇਸ਼ ਦੇ ਵਿੱਚ ਜਿਹੜੀ ਆ ਮੇਰੀ ਵੇਟ ਹੋ ਰਹੀ ਹੈ, ਮੇਰੇ ਦੋਸਤ ਵੇਟ ਕਰ ਰਿਹਾ। ਸੈਡ ਦਾ ਸਵੈਲੋ ਨੇ ਕਿਹਾ ਮਾਈ ਫਰੈਂਡਸ ਆਰ ਫਲਾਈਂਗ ਅਪ ਐਂਡ ਡਾਊਨ ਦਾ ਨੀਲ। ਨੀਲ ਬੱਚਿਓ ਨਦੀ ਦਾ ਨਾਮ ਆ। ਨੀਲ ਨਦੀ 'ਤੇ ਕਹਿੰਦਾ ਮੇਰੇ ਜਿਹੜੇ ਦੋਸਤ ਆ ਉਹਦੇ 'ਤੇ ਜਾਂਦੇ ਹੋਣਗੇ, ਉੱਡਦੇ ਹੋਣਗੇ। ਨੀਲ ਨਦੀ ਬਾਰੇ ਮੈਂ ਦੱਸ ਦਿਆਂ ਕਿ ਦਾ ਨੀਲ ਇਜ਼ ਏ ਮੇਜਰ ਨਾਰਥ ਫਲੋਇੰਗ ਰਿਵਰ ਇਨ ਨਾਰਥ ਈਸਟਰਨ ਅਫਰੀਕਾ। ਨਾਰਥ ਈਸਟਰਨ ਅਫਰੀਕਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਇੱਕ ਹੈਗਾ ਰਿਵਰ ਆ, ਦਰਿਆ ਵਾ। ਐਂਡ ਇਜ਼ ਦਾ ਲੌਂਗੈਸਟ ਰਿਵਰ ਇਨ ਅਫਰੀਕਾ। ਅਫਰੀਕਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰਿਵਰ ਆ ਉਹਨੂੰ ਕਹਿੰਦੇ ਨੀਲ। ਨੀਲ ਨਦੀ ਕਰਕੇ ਮਸ਼ਹੂਰ ਆ ਬਹੁਤ ਜ਼ਿਆਦਾ। ਐਂਡ ਟਕਿੰਗ ਟੂ ਦਾ ਲੋਟਸ ਫਲਾਵਰਸ, ਅਤੇ ਕਮਲ ਦੇ ਫੁੱਲਾਂ ਦੇ ਨਾਲ ਉਹ ਗੱਲਾਂ ਕਰ ਰਹੇ ਹੋਣਗੇ। ਸੂਨ ਦੇ ਵਿਲ ਗੋ ਟੂ ਸਲੀਪ, ਸੂਨ ਦੇ ਵਿਲ ਗੋ ਟੂ ਸਲੀਪ, ਅਤੇ ਜਲਦੀ ਉਹ ਸੌਂ ਜਾਣਗੇ ਕਿਉਂਕਿ ਮੇਰੇ ਦੋਸਤ ਉੱਥੇ ਗਏ ਆ ਅਤੇ ਮੈਂ ਵੀ ਉੱਥੇ ਜਾਣਾ ਚਾਹੁੰਦਾ। ਸੋ ਪ੍ਰਿੰਸ ਆਸਕਡ ਦਾ ਸਵੈਲੋ ਟੂ ਸਟੇ ਵਿਦ ਹਿਮ ਫਾਰ 1 ਨਾਈਟ ਐਂਡ ਬੀ ਹਿਜ਼ ਮੈਸੇਂਜਰ। ਪ੍ਰਿੰਸ ਉਹਨੂੰ ਕਹਿੰਦਾ ਕਿ ਸਵੈਲੋ ਤੂੰ ਮੇਰੇ ਨਾਲ ਰਹਿ, ਇੱਕ ਰਾਤ ਲਈ ਘੱਟੋ ਘੱਟ ਰਹਿ, ਅਤੇ ਉਹਦਾ ਕਿ ਮੈਸੇਂਜਰ ਬਣ। ਮੈਸੇਂਜਰ ਦਾ ਮਤਲਬ ਵੈਸੇ ਪੰਜਾਬੀ 'ਚ ਕਹਿੰਦੇ ਹਰਕਾਰਾ ਬੋਲਦੇ ਆ। ਇੰਗਲਿਸ਼ ਦੇ ਵਿੱਚ ਮੈਸੇਂਜਰ ਦਾ ਮਤਲਬ ਹੈ ਕਿ ਜਿਹੜਾ ਸਾਡਾ ਕੋਈ ਮੈਸੇਜ ਲੈ ਕੇ ਜਾਂਦਾ, ਕਿਤੇ ਸੁਨੇਹਾ ਲੈ ਕੇ ਜਾਂਦਾ, ਉਹਨੂੰ ਇੰਗਲਿਸ਼ ਦੇ ਵਿੱਚ ਮੈਸੇਂਜਰ ਕਿਹਾ ਜਾਂਦਾ। ਕਹਿੰਦਾ ਤੂੰ ਮੇਰਾ ਮੈਸੇਂਜਰ ਬਣ, ਮੇਰਾ ਸੁਨੇਹਾ ਲੈ ਕੇ ਜਾਣ ਵਾਲਾ ਬਣ, ਇੱਕ ਰਾਤ ਮੇਰੇ ਕੋਲ ਰਹਿ। ਦਾ ਬॉयਜ਼ ਸੋ ਥਰਸਟੀ, ਕਹਿੰਦਾ ਲੜਕਾ ਬੜਾ ਹੀ ਪਿਆਸਾ। ਐਂਡ ਦਾ ਮਦਰ ਸੋ ਸੈਡ, ਅਤੇ ਮਾਂ ਜਿਹੜੀ ਉਹ ਵਿਚਾਰੀ ਬਹੁਤ ਜ਼ਿਆਦਾ ਦੁਖੀ ਆ। ਹੀ ਸੈਡ, ਅੱਗੋਂ ਸਵੈਲੋ ਕੀ ਕਹਿੰਦਾ ਆਈ ਡੋਂਟ ਥਿੰਕ ਆਈ ਲਾਈਕ, ਉਹ ਮੈਨੂੰ ਕਹਿੰਦਾ ਲੜਕੇ ਨਹੀਂ ਪਸੰਦ। ਆਨਸਰਡ ਦਾ ਸਵੈਲੋ ਆਈ ਵਾਂਟ ਟੂ ਗੋ ਟੂ ਇਜਿਪਟ, ਮੈਂ ਤਾਂ ਇਜਿਪਟ ਜਾਣਾ ਚਾਹੁੰਦਾ। ਮੈਨੂੰ ਇਹ ਚੀਜ਼ਾਂ, ਮੈਨੂੰ ਇਹ ਮੁੰਡੇ ਇੱਦਾਂ ਦੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਬਟ ਦਾ ਹੈਪੀ ਪ੍ਰਿੰਸ ਲੁਕਡ ਸੋ ਸੈਡ,
पर हैप्पी प्रिंस बेचारा जिहड़ा सीगा बहुत उदास दिस रहा सीगा। दैट द लिटिल स्वैलो वाज सॉरी, कि लिटिल स्वैलो नूं भी अफसोस होया। इट इज़ वैरी कोल्ड हेयर ही सैड, कहंदा इत्थे ते ठंड बहुत आ। बट ही एग्रीड टू स्टे विद हिम फॉर वन नाइट एंड बी हिज मैसेंजर। पर जिहड़ा लिटिल स्वैलो सीगा उन्होंने ते तरस आ गया तो उन्हें एग्री हो गया। एग्रीड, एग्री फर्स्ट फॉर्म बच्चों, एग्री फर्स्ट फॉर्म, सैकेंड एग्रीड, थर्ड एग्रीड। नोट कर लिया करो, वर्ब दी फॉर्म्स जिहड़ियां जरूर नोट करा करो। सैकेंड फॉर्म यूज़ की गई है, सो इसका मतलब है कि पास्ट डेफिनेट टेंस है। बट ही एग्रीड टू स्टे, स्टे करने लई एग्री हो गया, सहमत हो गया। विद हिम, ਉਹਦੇ ਨਾਲ, हैप्पी प्रिंस ਦੇ स्टैचू ਦੇ ਨਾਲ ਰਹਿਣ ਲਈ ਉਹ किन्ने चर ਲਈ फॉर वन नाइट, एक रात रहने ਲਈ ਉਹ एग्रीड हो गया। एंड बी हिज मैसेंजर, ਤੇ ਉਹਦਾ ਸੁਨੇਹਾ ਦੇਣ ਵਾਲਾ ਜਾਂ ਹਰਕਾਰਾ ਬਣਨ ਲਈ ਵੀ ਉਹ ਮੈਸੇਂਜਰ ਬਣਨ ਲਈ ਵੀ एग्रीड हो गया। थैंक यू लिटिल स्वैलो सैड द प्रिंस, उन्हें उसका शुक्रिया अदा किया। द स्वैलो पिकड आउट द ग्रेट रूबी फ्रॉम द प्रिंसिस स्वॉर्ड, उन्हें अपनी स्वैलो ने चुंझ दे नाल उहदी प्रिंस की जिहड़ी तलवार सीगी उहदी मुठ दे विच जिहड़ा रूबी सीगा उहनूं उहने पिक कीता, उहनूं कढिया। एंड फ्लू अवे, उड गया। फ्लू का मतलब फ्लाई, फ्लू फ्लोन, फर्स्ट फॉर्म फ्लाई, सैकेंड जिहड़ी आ फ्लू, पास्ट टेंस है, नोट करो। इहदियां वर्ब दी फॉर्म्स भी नोट करो। फ्लू, फ्लाई, फ्लू, फ्लोन। एंड फ्लू अवे विद इट इन हिज बीक, बीक का मतलब अपनी चुंझ, चुंझ दे विच लैके, किन्नू लैके, रूबी नूं, जिहड़ा रूबी उहने प्रिंस दी तलवार दी मुठ विचों पुट्टिया सीगा, उहनूं लैके अपनी चुंझ दे विच लिटिल स्वैलो उड पिया ओवर द रूफ्स ऑफ द टाउन, ते टाउन दीयां छत्तां तो। ਜਿਹੜੀਆਂ ਛੱਤਾਂ ਨੇ ਉਹਨਾਂ ਨੂੰ ਰੂਫ ਕਹਿੰਦੇ ਆ, ਜਿਹੜੀ ਉੱਪਰਲੀ ਛੱਤ ਆ ਉਹਨੂੰ ਰੂਫ ਕਹਿੰਦੇ ਆ। ਜਦੋਂ ਅਸੀਂ ਕਿਸੇ ਕਮਰੇ ਦੀ ਹੇਠਲੀ ਛੱਤ ਵੇਖਦੇ ਆ ਉਹਨੂੰ ਅਸੀਂ ਸੀਲਿੰਗ ਕਹਿੰਦੇ ਆ। ਸੋ ਜਿਹੜੀਆਂ ਉੱਪਰਲੀਆਂ ਛੱਤਾਂ ਹੁੰਦੀਆਂ ਨੇ ਘਰਾਂ ਦੀਆਂ ਉਹਨੂੰ ਅਸੀਂ ਰੂਫਸ ਕਹਿੰਦੇ ਆ। ਕਹਿੰਦਾ ਰੂਫ ਟਾਊਨ ਦੀਆਂ ਛੱਤਾਂ ਦੇ, ਸ਼ਹਿਰ ਦੀਆਂ ਛੱਤਾਂ ਦੇ ਉੱਪਰੋਂ ਦੀ ਉੱਡਦਾ ਹੋਇਆ ਅਬਾਬੀਲ ਜਿਹੜਾ ਵਾ ਉਹ ਰੂਬੀ ਲੈ ਕੇ ਉੱਡ ਗਿਆ। ਹੀ ਪਾਸਡ ਬਾਈ ਦ ਕੈਥੇਡਰਲ ਟਾਵਰ, ਕੈਥੇਡਰਲ ਟਾਵਰ ਆ ਜਿਹੜਾ ਗਿਰਜਾ ਘਰ ਦਾ ਟਾਵਰ ਆ ਉਹਦੇ ਲਾਗੋਂ ਦੀ ਲੰਘਿਆ, गिरजा घर के टावर के लागों की लंघिया। वेयर द वाइट मार्बल एंजल्स वर स्कल्पचर्ड, स्कल्पचर करना दा जिथे मूर्तिकारी की, जिथे वाइट मार्बल के चिट्टे पत्थर के नाल जिहड़े फरिश्ते आ उन्हां दी मूर्तिकारी की सी, उस गिरजे घर के लागों की लंघ गया। ही पासड बाई द पैलेस, वो पैलेस के लागों की लंघ गया। एंड हेयर द साउंड ऑफ डांसिंग, तो उन्हें डांसिंग की जी नचण की जी आवाज़ सीगी वो सुनी। ए ब्यूटीफुल गर्ल केम आउट ऑन द बालकोनी विद हिज लवर, एक बहुत सुंदर लड़की बालकोनी दे विच बाहर आई अपने मंगेतर दे नाल। आई होप माई ड्रैस विल बी रेडी इन टाइम फॉर द स्ट्रीट वॉक, वो कह रही है, की कह रही है कि मेरा ख्याल आ कि मेरी जी ड्रैस आ, गाउन है जोड़ा मेरा साटन का, वो स्टेट बाल जदों तक असीं वो डांस करना वा उदों तक वो रेडी हो जाएगा। शी सैड आई हैव ऑर्डर्ड फ्लावर्स टू बी एम्ब्रॉयडर्ड ऑन इट, मैं ऑर्डर किया आ उस सीमस्टस नूं कि ये उपर फलार जिहड़े आ फुल्लां दी जिहड़ी कढ़ाई की जाए। बट द सीमस्टस आर टू लेजी, वो कहती पर अजकल जिहड़ियां कपड़े सीन वालियां बीबियां बहुत ज़्यादा सुस्त हो गई, छेती टाइम नाल काम नहीं करदियां। ही पासड ओवर द रिवर, वो दरिया के उत्तों दी लंघिया। एंड सा द लैंटरन्स, लैंटरन्स बच्चों कहते हैं लालटैन नूं, हैंगिंग ऑन द मास्ट्स ऑफ द शिप्स, जिहड़ियां जहाज़ आ समुद्री जहाज़ आ उन्हां दे जिहड़े मस्त हुंदे आ, मैं तुहानूं दिखाउणा मस्त किहनूं कहंदे आ। मस्त नूं तुसीं तुहानूं याद जदों तुसीं पिक्चर वेखोगे तो जरूर तुहानूं ਇਹਦਾ पता लग जाएगा। ਆਪਾਂ कंप्यूटर ਨੂੰ ਪੁੱਛਦੇ ਹਾਂ कि मस्त किहो ਜਿਹੇ ਹੁੰਦੇ ਆ, ਦੀ ਸਾਨੂੰ फोटो ਵਿਖਾਈ जाए। मस्त तुसीं वेख सकते हो बच्चों, मैं तुहानूं थोड़ा ਇਹਦੀ ਵੱਡਾ करके ਇਹਨੂੰ ਵਿਖਾਉਣਾ फोटो ਨੂੰ। मस्त हाँ जी, ਜਿਹੜੇ ਜਹਾਜ਼ ਦਾ ਇਸ ਤਰ੍ਹਾਂ ਦਾ ਜਿਹੜਾ ਪਾਰਟ ਆ ਤੁਸੀਂ ਵੇਖ ਸਕਦੇ ਹੋ ਉਹਨੂੰ ਮਸਤ ਕਹਿੰਦੇ ਆ ਇੰਗਲਿਸ਼ ਦੇ ਵਿੱਚ।
ਸੋ ਕਹਿੰਦਾ ਕਿ ਉਹ ਹੀ ਪਾਸਡ ਓਵਰ ਦਾ ਰਿਵਰ, ਦਰਿਆ ਦੇ ਉੱਪਰੋਂ ਦੀ ਲੰਘਿਆ, ਐਂਡ ਸਾ ਦਾ ਲੈਂਟਰਨਸ, ਉਹਨੇ ਜਿਹੜੀਆਂ ਹੈਂਗਿੰਗ ਔਨ ਦਾ ਮਸਤ, ਜਿਹੜੀਆਂ ਲਾਲਟਨ ਸੀਗੀਆਂ ਜਹਾਜ਼ਾਂ ਦੇ ਮਸਤ ਦੇ ਨਾਲ ਟੰਗੀਆਂ ਹੋਈਆਂ, ਉਹਨੇ ਉਹ ਵੇਖੀਆਂ। ਐਟ ਲਾਸਟ, ਅਖੀਰ ਦੇ ਵਿੱਚ, ਹੀ ਕੇਮ ਟੂ ਦਾ ਪੂਅਰ ਹਾਊਸ, ਅਖੀਰ ਉਸ ਗਰੀਬੜੀ ਔਰਤ ਦੇ ਘਰ ਦੇ ਲਾਗੇ ਉੱਥੇ ਪਹੁੰਚ ਗਿਆ। ਐਂਡ ਲੁਕਡ ਇਨ, ਤੇ ਉਹਨੇ ਉੱਥੇ ਅੰਦਰ ਵੇਖਿਆ। ਦਾ ਬॉय ਵਾਜ਼ ਟੌਸਿੰਗ ਫੀਵਰਿਸ਼ਲੀ। ਟੌਸਿੰਗ ਦਾ ਮਤਲਬ ਬੱਚਿਓ ਜਦੋਂ ਕੋਈ ਪਾਸਾ ਪਲਟਦਾ, ਕਦੀ ਇੱਧਰ ਕਦੀ ਉੱਧਰ, ਜਿਹਨੂੰ ਅਸੀਂ ਕਹਿੰਦੇ ਆ ਉਸਲ ਵੱਟੇ ਭੰਨਣੇ, ਉਸਲ ਵੱਟੇ ਭੰਨ ਰਿਹਾ ਸੀ ਬੱਚਾ। ਕਾਹਦੇ ਨਾਲ? ਬੁਖਾਰ ਦੇ ਨਾਲ। ਫੀਵਰਿਸ਼ਲੀ ਦਾ ਮਤਲਬ ਬੁਖਾਰ ਦੇ ਨਾਲ ਬੱਚਾ ਟੌਸਿੰਗ, ਇਹ ਇੱਧਰ ਉੱਧਰ ਉਸਲ ਵੱਟੇ ਭੰਨ ਰਿਹਾ ਸੀਗਾ ਔਨ ਹਿਜ਼ ਬੈੱਡ, ਆਪਣੇ ਬੈੱਡ ਦੇ ਵਿੱਚ। ਐਂਡ ਦਾ ਮਦਰ ਹੈਡ ਫਾਲਨ ਅਸਲੀਮ, ਤੇ ਉਹਦੀ ਮਾਂ ਜਿਹੜੀ ਵਿਚਾਰੀ ਸੀਗੀ ਉਹ ਅਖੀਰ ਥੱਕ ਹਾਰ ਕੇ ਉਹਨੂੰ ਨੀਂਦ ਆ ਗਈ, ਉਹ ਸੌਂ ਗਈ। ਸ਼ੀ ਵਾਜ਼ ਸੋ ਟਾਇਰਡ, ਉਹ ਬਹੁਤ ਜ਼ਿਆਦਾ ਥੱਕੀ ਸੀ। ਇਨ ਹੀ ਹੋਪਡ ਐਂਡ ਲੇਡ ਦਾ ਗ੍ਰੇਟ ਰੂਬੀ ਔਨ ਦਾ ਟੇਬਲ ਬਿਸਾਈਡ ਦਾ ਵੂਮਨਸ ਥਿੰਬਲ। ਇਨ ਹੀ ਹੋਪਡ ਦਾ ਮਤਲਬ ਬੱਚਿਓ, ਜਦੋਂ ਕੋਈ ਪੰਛੀ ਤੁਸੀਂ ਵੇਖਿਆ ਹੋਣਾ ਹੌਲੀ ਹੌਲੀ ਚੱਲਦਾ, ਇੱਕ ਕਦਮ ਰੱਖਦਾ ਫਿਰ ਦੂਜਾ ਰੱਖਦਾ, ਇਸੇ ਤਰ੍ਹਾਂ ਹੌਲੀ ਹੌਲੀ ਉਹ ਇੱਕ ਇੱਕ ਪੈਰ ਪੁੱਟਦਾ ਅੱਗੇ ਗਿਆ। ਐਂਡ ਲੇਡ ਦਾ ਗ੍ਰੇਟ ਰੂਬੀ ਔਨ ਦਾ ਟੇਬਲ, ਉਸ ਟੇਬਲ ਦੇ ਉੱਤੇ ਉਹਨੇ ਉਹਦਾ ਗ੍ਰੇਟ ਰੂਬੀ ਸੀਗਾ, ਮੋਤੀ ਸੀ ਜਿਹੜਾ ਉਹਨੇ ਪ੍ਰਿੰਸ ਦੀ ਤਲਵਾਰ ਦੇ ਵਿੱਚੋਂ ਪੁੱਟਿਆ ਸੀ, ਜਿਹੜਾ ਹੀਰਾ, ਉਹ ਉਹਨੇ ਉਸ ਟੇਬਲ 'ਤੇ ਰੱਖਦਾ। ਬਿਸਾਈਡ ਦਾ ਵੂਮਨਸ ਥਿੰਬਲ, ਕਿਹਦੇ ਲਾਗੇ? ਥਿੰਬਲ ਜਿਹੜੀ ਉਹ ਔਰਤਾਂ ਜਿਹੜੀਆਂ ਕੱਪੜੇ ਸਿਉਂਦੀਆਂ ਨੇ, ਉਹ ਆਪਣੇ ਹੱਥਾਂ ਦੇ ਉੱਪਰ ਇੱਕ ਪਾ ਕੇ ਰੱਖਦੀਆਂ ਨੇ ਛੱਲਾ, ਜਿਹਦੇ ਨਾਲ ਉਹ ਕਰਦੀਆਂ ਨੇ ਜਦੋਂ ਕਢਾਈ, ਤੇ ਉਹ ਛੱਲੇ ਕਰਕੇ ਉਹਨਾਂ ਦੀਆਂ ਉਂਗਲਾਂ ਬਚੀਆਂ ਰਹਿੰਦੀਆਂ ਨੇ, ਉਸ ਛੱਲੇ ਨੂੰ ਥਿੰਬਲ ਕਹਿੰਦੇ ਆ। ਥਿੰਬਲ ਦੇ ਲਾਗੇ। ਬਿਸਾਈਡ ਦਾ ਮਤਲਬ ਵੇਖੋ ਤੁਸੀਂ, ਆਪਾਂ ਨੀਅਰ ਕਹਿ ਦਿੰਦੇ ਆਮ ਤੌਰ 'ਤੇ, ਤੇ ਇੱਥੇ ਬਿਸਾਈਡ ਵੀ ਕਹਿੰਦੇ ਆ। ਬਿਸਾਈਡ ਦਾ ਮਤਲਬ ਲਾਗੇ। ਇੱਕ ਬੱਚੇ ਹੋਰ ਹੁੰਦਾ ਬਿਸਾਈਡਸ, ਜੇਕਰ ਇਹਦੇ ਨਾਲ ਐਸ ਲੱਗਾ ਹੋਵੇ ਤੇ ਉਹਦਾ ਮਤਲਬ ਹੁੰਦਾ ਇਸ ਤੋਂ ਇਲਾਵਾ। ਸੋ ਉਹਦੇ ਬਾਰੇ ਵੀ ਅਸੀਂ ਡਿਸਕਸ਼ਨ ਕਰਾਂਗੇ ਫਰਦਰ। ਬਿਸਾਈਡ ਦਾ ਮਤਲਬ ਲਾਗੇ। ਵੂਮਨ ਦੀ ਉਹ ਜਿਹੜੀ ਥਿੰਬਲ ਸੀਗੀ ਉਹਦੇ ਲਾਗੇ ਮੇਜ਼ ਦੇ ਉੱਪਰ ਅਬਾਬੀਲ ਨੇ ਰੂਬੀ ਰੱਖ ਦਿੱਤਾ। ਦੈਨ ਹੀ ਫਲਿਊ, ਫੇਰ ਉਹ ਉੱਡਿਆ। ਜੈਂਟਲੀ ਰਾਊਂਡ ਦਾ ਬੈੱਡ, ਹੌਲੀ ਹੌਲੀ ਉਹ ਮੰਜੇ ਦੇ ਦੁਆਲੇ ਉੱਡਿਆ। ਫੈਨਿੰਗ ਦਾ ਬॉयਜ਼ ਫੋਰਹੈਡ ਵਿਦ ਹਿਜ਼ ਵਿੰਗਸ, ਤੇ ਉਹਨੇ ਆਪਣੇ ਖੰਭਾਂ ਦੇ ਨਾਲ ਉਹਨੇ ਉਸ ਬਿਮਾਰ ਬੱਚੇ ਨੂੰ ਆਪਣੇ ਖੰਭਾਂ ਨਾਲ ਮਤਲਬ ਹਵਾ ਦਿੱਤੀ। ਹਾਊ ਕੂਲ ਆਈ ਫੀਲ ਸੈਡ ਦਾ ਬॉय, ਕਹਿੰਦਾ ਮੈਂ ਕਿੰਨਾ ਵਧੀਆ ਫੀਲ ਕਰ ਰਿਹਾ। ਆਈ ਮਸਟ ਬੀ ਗੈਟਿੰਗ ਬੈਟਰ, ਮੈਂ ਜ਼ਰੂਰ ਹੀ ਠੀਕ ਹੋ ਰਿਹਾ ਹਾਂ। ਐਂਡ ਹੀ ਸੈਂਕ ਇਨਟੂ ਏ ਡਿਲੀਸ਼ੀਅਸ ਸਲੰਬਰ, ਤੇ ਉਹ ਫਿਰ ਇੱਕ ਬਹੁਤ ਸੁੰਦਰ ਗੂੜੀ ਨੀਂਦ ਸੌਂ ਗਿਆ। ਸਲੰਬਰ ਦਾ ਮਤਲਬ ਨੋਟ ਕਰੋ, ਸਲੰਬਰ ਦਾ ਮਤਲਬ ਨੀਂਦ, ਨੋਟ ਕਰੋ ਬੱਚਿਓ, ਸਲੰਬਰ ਨੀਂਦ। ਦੈਨ ਦਾ ਸਵੈਲੋ ਫਲਿਊ ਬੈਕ ਟੂ ਦਾ ਹੈਪੀ ਪ੍ਰਿੰਸ, ਫਿਰ ਸਵੈਲੋ ਹੈਪੀ ਪ੍ਰਿੰਸ ਦੇ ਕੋਲ ਦੁਬਾਰਾ ਵਾਪਸ ਆਇਆ। ਐਂਡ ਟੋਲਡ ਹਿਮ ਵਟ ਹੀ ਹੈਡ ਡਨ, ਤੇ ਉਹਨੇ ਉਹਨੂੰ ਦੱਸਿਆ ਕਿ ਅੱਜ ਕੀ ਕਰਕੇ ਆਇਆ। ਇਟ ਇਜ਼ ਕਿਊਰੀਅਸ ਹੀ ਰਿਮਾਰਕਡ, ਇਹ ਬੜਾ ਕਹਿੰਦਾ ਅਜੀਬ ਸੀਗਾ। ਬਟ ਆਈ ਫੀਲ ਕੁਆਇਟ ਵਾਰਮ ਨਾਊ, ਪਰ ਮੈਂ ਹੁਣ ਬਹੁਤ ਮੈਨੂੰ ਨਿੱਘ ਮਹਿਸੂਸ ਹੋ ਰਿਹਾ। ਆਲਦੋ ਇਟ ਇਜ਼ ਸੋ ਕੋਲਡ, ਭਾਵੇਂ ਕਿ ਬਹੁਤ ਠੰਡ ਆ, ਫਿਰ ਵੀ ਮੈਨੂੰ ਬਹੁਤ ਅੱਛਾ ਮਹਿਸੂਸ, ਨਿੱਘ ਮਹਿਸੂਸ ਹੋ ਰਿਹਾ। ਸੋ ਬੱਚਿਓ, ਅੱਜ ਦੀ ਸਟੋਰੀ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਇੰਨਾ ਹੀ ਪਾਰਟ ਤੁਸੀਂ ਇਹਨੂੰ ਦੁਬਾਰਾ ਰੀਪਲੇ ਕਰਕੇ ਵਾਚ ਕਰਨਾ, ਅਗੇਨ ਐਂਡ ਅਗੇਨ ਵਾਚ ਕਰਨਾ, ਫਿਰ ਤੁਸੀਂ ਸੁਣਨਾ ਸਮਝਣਾ। ਜਿੰਨੇ ਵਰਡ ਇਹਦੇ 'ਚ ਹਾਈਲਾਈਟ ਕੀਤੇ ਨੇ ਉਹਨਾਂ ਦੇ ਮੀਨਿੰਗ ਜਿਹੜੇ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਕਰਨੇ ਆ। ਅਤੇ ਜਿਹੜੀ ਮੈਂ ਇਸ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦੇਵਾਂਗਾ, ਉਸ ਲਿੰਕ ਨੂੰ ਕਲਿੱਕ ਕਰਕੇ ਜਿਹੜੀ ਇੱਕ ਅਸਾਈਨਮੈਂਟ ਤੁਹਾਨੂੰ ਦੇਵਾਂਗਾ, ਉਸ ਅਸਾਈਨਮੈਂਟ ਨੂੰ ਤੁਸੀਂ ਸੋਲਵ ਕਰਕੇ ਅਤੇ ਸਾਨੂੰ ਭੇਜਣੀ, ਉਹ ਆਟੋਮੈਟਿਕਲੀ ਆ ਜਾਣੀ ਜਦੋਂ ਤੁਸੀਂ ਸੋਲਵ ਕਰੋਗੇ। ਸੋ ਜਿਹੜੇ ਬੱਚਿਆਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ। ਤੁਸੀਂ ਸਾਨੂੰ ਸਾਡੇ ਫੇਸਬੁੱਕ 'ਤੇ ਵੀ ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦਾ ਫੇਸਬੁੱਕ ਪੇਜ ਆ, ਉਹਦੇ 'ਤੇ ਵੀ ਲਾਈਕ ਕਰ ਸਕਦੇ ਹੋ। ਇੰਸਟਾਗ੍ਰਾਮ ਦਾ ਜਿਹੜਾ ਲਿੰਕ ਆ ਉਹ ਵੀ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਗਿਆ। ਸੋ ਅੱਜ ਦਾ ਲੈਸਨ ਦੇ ਵਿੱਚ ਇੰਨਾ ਹੀ। ਆਪਣੇ ਘਰ 'ਚ ਖੁਸ਼ੀ ਰਹੋ, ਤੰਦਰੁਸਤ ਰਹੋ, ਘਰਾਂ ਦੇ ਅੰਦਰ ਰਹੋ। ਕਰੋਨਾ ਵਾਇਰਸ ਉਦੋਂ ਤੱਕ ਤੁਹਾਨੂੰ ਘਰ 'ਚ ਨਹੀਂ ਆ ਸਕਦਾ ਜਦੋਂ ਤੱਕ ਅਸੀਂ ਇਹਨੂੰ ਬਾਹਰ ਨੂੰ ਲੈ ਕੇ ਨਹੀਂ ਆਉਂਦੇ। ਸੋ ਅੱਜ ਦੀ ਲੈਸਨ ਦੇ ਵਿੱਚ ਇੰਨਾ ਹੀ। ਰੱਬ ਰੱਖਾ।